देश दुनिया की हर वड्डी खबर ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਜਿਹਦੇ ਨਾਲ ਅਸੀਂ ਜੂਝ ਰਹੇ ਹਾਂ ਉਹਦਾ ਸੰਚਾਲਨ ਦਿੱਲੀ ਤੋਂ ਹੁੰਦਾ ਤੇ ਫਿਰ ਉਹਨਾਂ ਨੇ ਤਾਂ ਦਿੱਲੀ ਦੇ ਹੱਕ 'ਚ ਹੀ ਭੁਗਤਣਾ ਤੇ ਦਿੱਲੀ ਸਰਕਾਰ ਨੇ ਇਹ ਜਾਂ ਕੇਂਦਰ ਸਰਕਾਰ ਨੇ ਇਹ ਕਾਨੂੰਨ ਬਣਾਏ ਆ, ਫਿਰ ਅਸੀਂ ਉਹਨਾਂ ਤੋਂ ਕਿਵੇਂ ਕੁਝ ਐਕਸਪੈਕਟ ਕਰ ਸਕਦੇ ਹਾਂ। ਨਿਰੋਲ ਪੰਜਾਬ ਦੀ ਆਪਦੀ ਸਿਆਸਤ ਚਾਹੀਦੀ ਹੈ। ਲਿਟਰਲੀ ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਬਹੁਤ ਵੱਡਾ ਬੇਇੱਜ਼ਤ ਕੀਤਾ ਆਪਾਂ ਕਹਿ ਸਕਦੇ ਹਾਂ। ਉਹ ਏਡੀ ਵੱਡੀ ਐਰੋਗੈਂਸ ਆਪਦੇ 'ਚ ਰੱਖਦੇ, ਉਹਨਾਂ ਨੂੰ ਲੋਕਾਂ ਲਈ ਦਰਦ ਹੀ ਕੁਛ ਨਹੀਂ, ਫਿਰ ਕਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਅਸੀਂ। ਕਿ ਸ਼ੰਭੂ ਬਾਰਡਰ ਤੇ ਲੱਗਿਆ ਮੋਰਚਾ ਆਉਣ ਵਾਲੇ ਦਿਨਾਂ ਵਿੱਚ ਰਾਜਨੀਤਿਕ ਰੂਪ ਲਏਗਾ, ਇਸੇ ਬਾਰੇ ਗੱਲ ਕਰਦੇ ਹਾਂ। ਸਾਡੇ ਨਾਲ ਹੈਗੇ ਦੀਪ ਸਿੱਧੂ। ਦੀਪ, ਕੀ ਕਹਿਣਾ ਚਾਹੋਗੇ ਕਿ ਦੇਖਿਆ ਜਾ ਰਿਹਾ ਕਿ ਜਿੰਨੇ ਵੀ ਪੰਜਾਬ ਦੇ ਮੋਰਚੇ ਹੋਏ ਜਾਂ ਹੋਰ ਸੂਬਿਆਂ ਦੇ ਵਿੱਚ ਮੋਰਚੇ ਹੈ, ਉਸ ਤੋਂ ਕੋਈ ਰਾਜਨੀਤਿਕ ਪਾਰਟੀ ਦਾ ਜਿਹੜਾ ਉਹ ਆਗਾਜ਼ ਹੁੰਦਾ ਹੈ ਕਿ 2022 ਦੇ ਲਈ ਵੀ ਜਿਹੜਾ ਮੋਰਚਾ ਰੱਖਿਆ ਗਿਆ ਉਹਦੇ ਲਈ ਤਿਆਰੀ ਹੋ ਰਹੀ ਹੈ? ਨਹੀਂ ਜੀ, ਦੇਖੋ ਗੱਲ ਇਹ ਆ, ਰਾਜਨੀਤਿਕ ਪਾਰਟੀ ਕੋਈ ਨਵੀਂ ਘੜਦੇ, ਇਹ ਤਾਂ ਜਿਹੜੇ ਰਾਜਨੀਤਿਕ ਲੋਕ ਆ ਪੰਜਾਬ ਦੇ, ਜਿਹੜੇ ਇਮਾਨਦਾਰ ਬੰਦੇ ਪੰਜਾਬ ਲਈ ਦਰਦ ਰੱਖਦੇ, ਅਸੀਂ ਤਾਂ ਉਹਨਾਂ ਨੂੰ ਅਪੀਲ ਕਰ ਰਹੇ ਹਾਂ ਵੀ ਇੱਕ ਮੰਚ ਤੇ ਇਕੱਠੇ ਹੋ ਜਾਓ। ਔਰ ਇਹ ਅਪੀਲ ਅਸੀਂ ਨਹੀਂ ਕਰ ਰਹੇ, ਲੋਕ ਕਰ ਰਹੇ ਆ। ਲੋਕਾਂ ਦੇ ਅਹਿਸਾਸ ਆ, ਉਹਨਾਂ ਦੇ ਮਨਾਂ 'ਚ ਇਹ ਗੱਲ ਬੜੀ ਵੱਡੀ ਜਾਂ ਕਹਿ ਲਈਏ ਵੀ ਸਟਰੋਂਗ ਇਮੋਸ਼ਨ ਆ ਲੋਕਾਂ ਦਾ ਵੀ ਇਹ ਸਾਰੇ ਲੋਕ ਇਕੱਠੇ ਹੋ ਜਾਣ ਇੱਕ ਮੰਚ ਤੇ ਪੰਜਾਬ ਦੀ ਆਪਦੀ ਸਿਆਸਤ ਘੜਨ, ਪੰਜਾਬ ਨੂੰ ਇੱਕ ਆਪਦੀ ਸਿਆਸਤ ਦੇ ਦੇਣ। ਤੁਹਾਡਾ ਕੀ ਰੋਲ ਰਹਿਣ ਵਾਲਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ? ਮੇਰਾ ਰੋਲ ਤਾਂ ਇਹੀ ਹੈ ਜੀ, ਮੈਂ ਤਾਂ ਅਸੀਂ ਜਿਹੜੀ ਗੱਲ ਇਹ ਸਮਝੀ ਆ ਉੱਥੋਂ ਵੀ ਇੱਕ ਤਾਂ ਤੁਹਾਨੂੰ ਪੰਜਾਬ ਦੀ ਸਿਆਸਤ ਘੜਨੀ ਪਊਗੀ, ਇੱਕ ਪੰਜਾਬ ਦੀ ਸਿਆਸਤ ਤੇ ਇੱਕ ਉਹ ਵੀ ਧਿਰ ਨਾਲ ਘੜਨੀ ਪਊਗੀ ਜਿਹੜੀ ਸਮਾਜਿਕ ਤੌਰ ਤੇ ਕੰਮ ਕਰੇ, ਸੰਘਰਸ਼ ਦੀ ਪੋਲਿਟਿਕਸ ਲੜੇ, ਤੇ ਜਿਹੜੀ ਜਿੱਥੇ ਕਿਤੇ ਧੱਕਾ ਕੋਈ ਕਰਦਾ ਜਾਂ ਇਹ ਲੋਕ ਜੇ ਆਪਦੇ ਪੰਜਾਬ ਦੇ ਹਿੱਤਾਂ ਤੋਂ ਥਿਰਕਦੇ ਆ ਉਹਨਾਂ ਨੂੰ ਵੀ ਕਰੈਕਟ ਕਰਨ ਵਾਸਤੇ ਇਹਨਾਂ 'ਚ ਦਮ ਹੋਵੇ, ਤੇ ਉੱਥੇ ਮੇਰਾ ਪਾਰਟ ਮੈਂ ਸਮਝਦਾ ਵੀ ਅੱਜ ਮੈਂ ਮੇਨ ਸਟ੍ਰੀਮ ਪੋਲਿਟਿਕਸ ਤੋਂ ਦੂਰ ਸੰਘਰਸ਼ ਵਾਲੀ ਪੋਲਿਟਿਕਸ 'ਚ ਮੇਰਾ ਪਾਰਟ ਹਮੇਸ਼ਾ ਹੀ ਰਹੂਗਾ। ਦੀਪ, ਜਿਸ ਤਰੀਕੇ ਨਾਲ ਕਾਫੀ ਲੰਮਾ ਸਮਾਂ ਹੋ ਗਿਆ ਇਹ ਸੰਘਰਸ਼ ਚੱਲ ਰਿਹਾ, ਤਕਰੀਬਨ 4 ਅਕਤੂਬਰ ਤੋਂ ਇਹ ਜਿਹੜਾ ਮੋਰਚਾ ਚੱਲ ਰਿਹਾ, ਤੁਹਾਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਹੁਣ ਤੱਕ ਇਕੱਠੇ ਆ ਜਾਣਾ ਚਾਹੀਦਾ ਸੀ? ਪਹਿਲਾਂ ਇਕੱਠੇ ਹੋਣ ਦਾ ਜਿਹੜਾ ਉਹ ਕੀਤਾ ਹੈ ਕਿ ਅਸੀਂ ਇੱਕ ਮੰਚ ਤੇ ਇਕੱਠੇ ਹੋਣਾ ਹੈ, ਇਕੱਠੇ ਹੋਏ ਵੀ, ਲੇਕਿਨ ਇੱਕਦਮ ਹੌਲੀ ਹੌਲੀ ਸਾਰੇ ਵੱਖਰੇ ਹੁੰਦੇ ਗਏ। ਤੁਸੀਂ ਵੀ ਇੱਕ ਤਰੀਕੇ ਨਾਲ ਕਲਾਕਾਰਾਂ ਦੇ ਨਾਲ ਆਏ ਸੀਗੇ, ਫਿਰ ਵੱਖਰਾ ਤੁਸੀਂ ਮੋਰਚਾ ਬਣਾ ਲਿਆ। ਉਹ ਕਿਉਂ ਨਹੀਂ ਵੱਖਰਾ ਜਿਹੜਾ ਇਕੱਠ ਹੈਗਾ ਉਹ ਕਿਉਂ ਨਹੀਂ ਦਿਖਦਾ ਸਾਨੂੰ? ਨਹੀਂ, ਮੈਂ ਤੁਹਾਡਾ ਇੱਕ ਮੰਚ ਤੇ ਕਿਉਂ ਨਹੀਂ ਸਾਰੇ ਦਿਖਦੇ? ਨਹੀਂ ਜੀ, ਦੇਖੋ ਇਹ ਇੱਕ ਪ੍ਰੋਸੈਸ ਹੁੰਦਾ, ਇਵੋਲਵ ਹੁੰਦੇ ਆ ਹੌਲੀ ਹੌਲੀ ਬੰਦਿਆਂ ਨੇ ਅੱਜ ਇੱਕ ਮੰਚ ਤੇ ਹੀ ਆਏ ਆ। ਕੱਲ ਦੇਖੋ ਅਸੀਂ ਸਾਰੇ ਇਕੱਠੇ ਸੀ, ਧੂਰੀ ਸਾਰੇ ਇਕੱਠੇ ਸੀ, ਫਿਰ ਲੁਧਿਆਣੇ ਸਾਰੇ ਇਕੱਠੇ ਸੀ। ਸੋ ਇਹ ਇੱਕ ਪ੍ਰੋਸੈਸ ਹੁੰਦਾ, ਇਵੋਲਵ ਹੁੰਦੇ ਆ ਹੌਲੀ। ਅੱਜ ਜਿਹੜਾ ਇੱਕ ਮੰਚ ਸ਼ੰਭੂ ਮੋਰਚੇ ਨੇ ਇੱਕ ਮੰਚ ਹੀ ਦਿੱਤਾ ਨਾ, ਜਿੱਥੇ ਸਾਰੇ ਇਕੱਠੇ ਹੋ ਰਹੇ ਆ, ਉੱਥੇ ਖਹਿਰਾ ਸਾਹਿਬ, ਬੈਂਸ ਸਾਹਿਬ, ਗਾਂਧੀ ਸਾਹਿਬ, ਮੰਨਾ ਬਾਈ ਕੱਲ੍ਹ ਆ ਰਹੇ ਆ, ਹੈ ਨਾ, ਉੱਥੋਂ ਹੋਰ ਵੀ ਬੜੀਆਂ ਸ਼ਖਸੀਅਤਾਂ ਆਈਆਂ, ਉਹ ਇੱਕ ਇਕੱਠੇ ਮੰਚ ਤੋਂ ਹੀ ਬੋਲ ਕੇ ਗਏ ਆ ਨਾ। ਕੋਈ ਦੇ ਡਿਡ ਨਾਟ ਸ਼ਾਈ ਅਵੇ ਫਰੋਮ ਵਨ ਪਲੇਟਫਾਰਮ। ਸਾ ਮੰਚ ਤੋਂ ਇਕੱਠੇ ਹੋ ਰਹੇ ਆ, ਇਹ ਲੋਕਾਂ ਦਾ ਅਹਿਸਾਸ ਨੇ ਇਕੱਠੇ ਕਰਾਏ ਆ। ਅੱਜ ਬਹੁਤ ਜਿਹੜੀਆਂ ਪੰਜਾਬ ਦੀਆਂ ਸ਼ਖਸੀਅਤਾਂ ਇਹ ਗੱਲ ਮੰਨੀ ਬੈਠੀਆਂ ਵੀ ਜੇ ਇੱਕ ਮੰਚ ਤੋਂ ਇਕੱਠੇ ਹੋ ਸਕਦੇ ਆ ਤਾਂ ਉਹ ਸ਼ੰਭੂ ਦਾ ਮੰਚ ਆ। ਸਿਆਸਤ ਵੀ ਨਾਲ ਜੁੜ ਰਹੀ ਹੈ ਇਹਦੇ ਨਾਲ, ਕਾਫੀ ਸਾਰੀ ਸਿਆਸੀ ਪਾਰਟੀਆਂ ਜਿਹੜੀ ਆ ਉਹ ਲਗਾਤਾਰ ਜਿਹੜੀ ਆ ਉਹ ਪ੍ਰੋਸੈਸ ਦੇ ਵਿੱਚ ਹੈਗੀ। ਤੁਸੀਂ ਕਿਵੇਂ ਵੇਖਦੇ ਹੋ ਕਿ ਇਹ ਜਿਹੜੀ ਸਿਆਸਤਦਾਨ ਹੈਗੇ ਜਿਹੜੇ ਸਿਆਸੀ ਕਰ ਰਹੇ ਹੈ ਉਹ ਸਹੀ ਰਾਹ ਤੇ ਜਾ ਰਹੀ ਹੈ? ਕਿਆ ਤੁਹਾਡਾ ਸੰਘਰਸ਼ ਜਿਸ ਤੋਂ ਸ਼ੁਰੂ ਹੋਇਆ ਸੀਗਾ, ਜਿਹੜੇ ਕਾਲੇ ਖੇਤਰੀ ਬਿੱਲ ਜਿਹੜੇ ਲੈ ਕੇ ਆਏ ਸੀ ਕੇਂਦਰ, ਕਿ ਉਸੇ ਰਾਹ ਤੇ ਚੱਲ ਰਹੀ ਹੈ ਕਿ ਇਸ ਨੂੰ ਹੋਰ ਕਿਸੇ ਰੂਟ ਤੇ ਪਾਇਆ ਜਾ ਰਿਹਾ? ਨਹੀਂ, ਸਿਆਸਤਦਾਨਾਂ ਨੇ ਤਾਂ ਸਾਨੂੰ ਤਾਂ ਕੁਝ ਦਿੱਤਾ ਹੀ ਨਹੀਂ ਨਾ। ਸਿਆਸਤਦਾਨਾਂ ਨੇ ਸਾਨੂੰ ਜੇ ਕੁਝ ਦਿੱਤਾ ਹੁੰਦਾ ਤਾਂ ਇਹਦੀ ਲੋੜ ਹੀ ਨਹੀਂ ਮਹਿਸੂਸ ਹੋਣੀ ਸੀ। ਅੱਜ ਸਾਡੀ ਜਿਹੜੀ ਸਿਆਸਤ ਆ ਪੰਜਾਬ ਦੀ ਮੌਜੂਦਾ, ਜਿਹੜੀ ਸਾਡੇ ਨਾਲ ਜਿਹਦੇ ਨਾਲ ਅਸੀਂ ਜੂਝ ਰਹੇ ਹਾਂ, ਉਹਦਾ ਸੰਚਾਲਨ ਦਿੱਲੀ ਤੋਂ ਹੁੰਦਾ ਤੇ ਫਿਰ ਉਹਨਾਂ ਨੇ ਤਾਂ ਦਿੱਲੀ ਦੇ ਹੱਕ 'ਚ ਹੀ ਭੁਗਤਣਾ ਤੇ ਦਿੱਲੀ ਸਰਕਾਰ ਨੇ ਇਹ ਜਾਂ ਕੇਂਦਰ ਸਰਕਾਰ ਨੇ ਇਹ ਕਾਨੂੰਨ ਬਣਾਏ ਆ, ਫਿਰ ਅਸੀਂ ਉਹਨਾਂ ਤੋਂ ਕਿਵੇਂ ਕੁਝ ਐਕਸਪੈਕਟ ਕਰ ਸਕਦੇ ਹਾਂ? ਜੇ ਐਕਸਪੈਕਟ ਕਰ ਰਹੇ ਹਾਂ ਤਾਂ ਉਹ ਸਾਡੀ ਗਲਤੀ ਹੋਊਗੀ। ਇਸ ਕਰਕੇ ਪੰਜਾਬ ਨੂੰ ਨਿਰੋਲ ਪੰਜਾਬ ਦੀ ਆਪਦੀ ਸਿਆਸਤ ਚਾਹੀਦੀ ਆ। ਹਾਂਜੀ। ਤੇ ਦੀਪ, ਅਸੀਂ ਦੇਖ ਰਹੇ ਹਾਂ ਕਿ ਜਿਹੜੇ ਪਿਛਲੇ ਕੁਝ ਦਿਨ ਨਿਕਲੇ ਇਹਦੇ ਵਿੱਚ ਕਿਸਾਨਾਂ ਵੱਲੋਂ ਕਾਫੀ ਜ਼ਿਆਦਾ ਜਿਹੜਾ ਰੁਖ ਜਿਹੜਾ ਆਪਣੇ ਅਖਤਿਆਰ ਕੀਤਾ ਗਿਆ ਸੀ। ਕੇਂਦਰ ਸਰਕਾਰ ਨੇ 2 ਵਾਰ ਉਹਨਾਂ ਨੂੰ ਮਿਲਣ ਵੀ ਬੁਲਾਇਆ, ਲੇਕਿਨ ਉੱਥੇ ਜਾ ਕੇ ਉਹਨਾਂ ਨਾਲ ਕੋਝਾ ਮਜ਼ਾਕ ਹੋਇਆ ਸੀ, ਉਹ ਵੀ ਦੇਖਿਆ। ਤੁਹਾਨੂੰ ਲੱਗਦਾ ਹੈ ਕਿ ਜਿਹੜਾ ਟੇਬਲ ਟਾਕ ਤੇ ਹੀ ਜਾ ਕੇ ਗੱਲ ਸਿਰੇ ਚੜ੍ਹ ਸਕਦੀ ਹੈ ਜਾਂ ਸਿਰਫ ਇਹ ਸੰਘਰਸ਼ ਦੇ ਰਾਹੀਂ ਅਸੀਂ ਜਿਹੜੇ ਕੋਈ ਇਹਦੇ 'ਚ ਜਿੱਤ ਹਾਸਲ ਕਰ ਪਾਵਾਂਗੇ? ਦੇਖੋ, ਸੰਘਰਸ਼ ਦਾ ਕਲਮੀਨੇਸ਼ਨ ਕੀ ਆ? ਪੋਲੀਟੀਕਲ ਡਿਪਲੋਮੈਸੀ ਹੈ ਨਾ ਕਿਸੇ ਵੀ ਸੰਘਰਸ਼ ਦਾ, ਚਾਹੇ ਹਥਿਆਰਬੰਦ ਲੜਾਈ ਹੋਵੇ, ਚਾਹੇ ਆਪਾਂ ਧਰਨੇ ਮੋਰਚਿਆਂ 'ਚ ਜਿਵੇਂ ਇੱਕ ਪੀਸਫੁਲ ਐਜੀਟੇਸ਼ਨ ਕਰ ਰਹੇ ਹਾਂ,
ਹੈ ਨਾ, ਉਹ ਜਾਣਾ ਤਾਂ ਟੇਬਲ ਤੇ ਹੀ ਆ, ਲੜਾਈ ਤਾਂ ਟੇਬਲ ਤੇ ਹੀ ਹੋਣੀ ਹੈ ਐਂਡ ਆਫ ਦਾ ਡੇ। ਜਦੋਂ ਹੁਣ ਬੁਲਾਇਆ ਸੀ ਉਹਨਾਂ ਨੇ ਲਿਟਰਲੀ ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਬਹੁਤ ਵੱਡਾ ਬੇਇੱਜ਼ਤ ਕੀਤਾ, ਆਪਾਂ ਕਹਿ ਸਕਦੇ ਹਾਂ, ਹੈ ਨਾ। ਕਿਉਂਕਿ ਇਹ ਬਿੱਲ ਜਿਹੜੀ ਵਿਚਾਰਧਾਰਾ ਚੋਂ ਨਿਕਲੇ ਹੋਏ ਆ ਨਾ, ਜੇ ਇਕੱਲੀ ਇਹ ਆਰਥਿਕਤਾ ਦੀ ਗੱਲ ਹੁੰਦੀ ਤਾਂ ਹਜੇ ਤੱਕ ਜਿਹੜੀ ਸਰਕਾਰ ਆ ਉਹਨੇ ਕੁਛ ਨਾ ਕੁਛ ਸਿਚੁਏਸ਼ਨ ਡਿਫਿਊਜ਼ ਕਰ ਦੇਣੀ ਸੀ, ਇਹਨਾਂ ਬਿੱਲਾਂ ਨੂੰ ਵਾਪਸ ਲੈ ਲੈਣਾ ਸੀ। ਪਰ ਇਹ ਆਰਥਿਕਤਾ ਚੋਂ ਨਿਕਲੇ ਹੋਏ ਬਿੱਲ ਨਹੀਂ ਆ, ਇਹ ਵਿਚਾਰਧਾਰਕ ਜਿਹੜਾ ਹਮਲਾ ਪੰਜਾਬ ਤੇ ਸਾਡੇ ਸੱਭਿਆਚਾਰ ਨੂੰ, ਸਾਡੀ ਮਾਂ ਬੋਲੀ ਨੂੰ, ਸਾਡੇ ਇਤਿਹਾਸ ਨੂੰ, ਸਾਡੀ ਵਿਲੱਖਣਤਾ ਨੂੰ, ਇਸ ਸਾਡੇ ਫਲਸਫੇ ਨੂੰ, ਜਦੋਂ ਧਰਤੀ ਨਾਲੋਂ ਸਾਨੂੰ ਤੋੜਤਾ, ਸਭ ਕੁਝ ਹੀ ਟੁੱਟ ਗਿਆ ਨਾ। ਪੰਜਾਬ ਦੀ ਸਿਆਸਤ ਵੀ ਨਹੀਂ ਖੜੀ ਕਰ ਸਕਦੇ ਉਸ ਤੋਂ ਬਾਅਦ। ਅੱਜ ਤਾਂ ਅਸੀਂ ਇਹ ਕਹਿ ਰਹੇ ਹਾਂ ਪੰਜਾਬ ਦੀ ਸਿਆਸਤ ਖੜੀ ਕਰੋ, ਪਰ ਜਿੱਦਾਂ ਧਰਤੀ ਤੋਂ ਟੁੱਟੇ ਅਸੀਂ ਸਿਆਸਤ ਵੀ ਨਹੀਂ ਖੜੀ ਕਰ ਸਕਦੇ। ਸੋ ਇਹ ਸਾਰੀ ਜਿਹੜੀ ਇਹ ਸਾਰਾ ਪ੍ਰੋਸੈਸ ਆ, ਇਹਨੂੰ ਸਮਝ ਕੇ ਜੇ ਅਸੀਂ ਸੰਘਰਸ਼ ਲੜਾਂਗੇ ਸਰਕਾਰ ਨਾਲ, ਕੇਂਦਰ ਸਰਕਾਰ ਨਾਲ ਲੜਾਂਗੇ, ਉੱਥੇ ਕੋਈ ਸਿਆਸੀ ਧਿਰ ਸਾਡੀ ਰਿਪਰੈਜ਼ੈਂਟੇਸ਼ਨ ਕਰੂਗੀ, ਤਾਂ ਹੀ ਕਿਤੇ ਨਾ ਕਿਤੇ ਸਾਡਾ ਫਾਹ ਪਊਗਾ। ਤੁਸੀਂ ਖੁਦ ਮੁਖਤਿਆਰੀ ਦੀ ਗੱਲ ਕਰ ਰਹੇ ਹੋ। ਆਮ ਆਦਮੀ ਪਾਰਟੀ ਦਾ ਜਿਹੜਾ ਭੂਮਿਕਾ ਸੀਗੀ, ਜਿਹਦੀ ਹੋਂਦ ਸੀਗੀ ਆਮ ਆਦਮੀ ਪਾਰਟੀ ਦੀ, ਉਹ ਵੀ ਖੁਦ ਮੁਖਤਿਆਰੀ ਦੇ ਉੱਤੇ ਸੀਗੀ, ਜਾਂ ਹੋਰ ਕਈ ਇਸ ਤਰ੍ਹਾਂ ਦੀ ਪਾਰਟੀਆਂ ਆਈਆਂ ਉਹਨਾਂ ਨੇ ਵੀ ਖੁਦ ਮੁਖਤਿਆਰੀ ਦੀ ਗੱਲ ਕੀਤੀ। ਲੇਕਿਨ ਉਹ ਖੁਦ ਮੁਖਤਿਆਰੀ ਕਿਉਂ ਨਹੀਂ ਅੱਜ ਤੱਕ ਪੰਜਾਬ ਦੇ ਲੋਕਾਂ ਨੂੰ ਮਿਲ ਪਾਈ? ਇਹ ਸਭ ਤੋਂ ਵੱਡਾ ਜਿਹੜਾ ਕਿਸੇ ਵੀ ਸੂਬੇ ਨੂੰ ਨਹੀਂ ਮਿਲ ਪਾਈ। ਤੁਸੀਂ ਦੇਖੋ ਸੈਂਟਰ ਨੇ ਜਿਹੜੀ ਪਾਵਰ ਆ ਉਹਨੂੰ ਸੈਂਟਰਲਾਈਜ਼ ਕਰਕੇ ਫਿਰ ਪਰਸਨਲਾਈਜ਼ ਕਰ ਲਿਆ। ਜੇ ਕਾਂਗਰਸ ਹੁੰਦੀ ਆ ਤਾਂ ਉਹ ਕਿਸੇ ਕਾਂਗਰਸ ਜਾਂ ਉਦੋਂ ਉਸ PMO 'ਚ ਚੱਲਦੀ ਆ ਜਿਹੜੀ ਸਰਕਾਰ। ਜੇ ਅੱਜ BJP ਆ ਤਾਂ ਇਹ ਅੱਜ ਮੋਦੀ ਸਰਕਾਰ ਜਿਹੜੀ ਆ, ਆਪਾਂ ਕਹਿ ਲਓ ਇਹ ਉਹ ਮੋਦੀ ਸਰਕਾਰ ਦੇ PMO 'ਚੋਂ ਚੱਲਦੀ ਆ, ਹੈ ਨਾ। ਸੋ ਜਦੋਂ ਖੁਦ ਮੁਖਤਿਆਰੀ ਲਈ ਅਸੀਂ ਲੜ ਰਹੇ ਹਾਂ, ਅਸੀਂ ਇਕੱਲੇ ਨਹੀਂ ਲੜ ਰਹੇ। ਅੱਜ ਮਹਾਰਾਸ਼ਟਰ ਵੀ ਮੰਗ ਰਿਹਾ, ਬੰਗਾਲ ਵੀ ਮੰਗ ਰਿਹਾ, ਸਾਊਥ ਦੇ ਸਟੇਟ ਵੀ ਮੰਗ ਰਹੇ ਆ, ਠੀਕ ਹੈ। ਇਹ ਸਾਰੇ ਜੇ ਅਸੀਂ ਸੂਬਿਆਂ ਨਾਲ ਆਪਦਾ ਇੱਕ ਅਲਾਇੰਸ ਬਣਾਵਾਂਗੇ, ਸਾਡੀ ਲੜਾਈ ਬਹੁਤ ਸਟਰੋਂਗ ਹੋ ਜਾਂਦੀ ਹੈ। ਸੋ ਸਾਨੂੰ ਜਦੋਂ ਖੁਦ ਮੁਖਤਿਆਰੀ ਦੀ ਗੱਲ ਹੀ ਨਹੀਂ ਕਰਨੀ, ਇਹਦੇ ਤੇ ਅਮਲ ਕਰਨ ਵਾਸਤੇ ਸਾਨੂੰ ਇੱਕ ਆਪਦੀ ਸਿਆਸਤ ਘੜਨੀ ਪਊਗੀ, ਜਿੱਥੇ ਲੋਕਾਂ ਦੀ ਅੱਜ ਮੰਗ ਆ ਵੀ ਪੰਜਾਬ ਕੋਲੇ ਆਪਦੀ ਇੱਕ ਪੰਜਾਬ ਦੀ ਸਿਆਸਤ ਹੋਵੇ, ਔਰ ਪੰਜਾਬ ਦੇ ਹੱਕਾਂ ਦੀ ਗੱਲ ਉਹ ਸਿਆਸਤ ਜਾਂ ਸਿਆਸਤ ਦੇ ਜਿਹੜੇ ਸਾਡੇ ਆਗੂ ਆ ਉਹ ਕਰਨ। ਨਾਲ ਦੀ ਨਾਲ ਉਹਨਾਂ ਦਾ ਰਾਬਤਾ ਬਾਕੀ ਸੂਬਿਆਂ ਨਾਲ ਵੀ ਹੋਣਾ ਚਾਹੀਦਾ, ਜਿਹੜੇ ਕਹਿੰਦੇ ਆ ਪਾਵਰ ਨੂੰ ਡੀਸੈਂਟਰਲਾਈਜ਼ ਕਰੋ। ਸਾਡੇ ਕੋਲੇ ਤਾਂ ਸਪੇਸ ਹੀ ਹੈ ਨਹੀਂ ਕੋਈ ਪਾਲਿਸੀ ਘੜਨ ਦੀ। ਇੱਕ ਸਵਾਲ ਕੇਂਦਰ ਤੋਂ ਆਇਆ ਹੈ, ਭਾਜਪਾ ਦੇ ਕੌਮੀ ਪ੍ਰਧਾਨ ਹੈ JP ਨੱਡਾ। ਉਹ ਕਹਿੰਦੇ ਕਿ ਕਿਸਾਨਾਂ ਦਾ ਮੋਰਚਾ ਨਹੀਂ ਚੱਲ ਰਿਹਾ, ਵਿਚੋਲੀਆ ਦਾ ਮੋਰਚਾ ਚੱਲ ਰਿਹਾ, ਵਿਚੋਲੀਏ ਵਿੱਚ ਆ ਗਏ, ਉਹ ਆਪਣੀ ਰਣਨੀਤੀ ਕਰ ਰਹੇ ਨੇ। ਉੱਧਰੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਕੁਝ ਇਸ ਤਰੀਕੇ ਦਾ ਬਿਆਨ। ਤੁਸੀਂ ਕਿਵੇਂ ਵੇਖਦੇ ਹੋ ਕਿ ਇਹ ਸਾਰਾ ਜਿਹੜਾ ਮੋਰਚਾ ਹੈ, ਇਸ ਨੂੰ ਕਿਉਂ ਕਿਸਾਨਾਂ ਦੇ ਉੱਤੇ ਫੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ? ਕਿਸਾਨ ਨਹੀਂ ਹੈ ਵਿੱਚ, ਹੋਰ ਕੋਈ ਆ ਕੇ ਇਸ ਨੂੰ ਜਿਹੜਾ ਹੈ ਉਹ ਕਰ ਰਿਹਾ ਹੈ ਸਰ? ਤੁਹਾਨੂੰ ਕੋਈ ਵਿਚੋਲੇ ਦਿਖਦੇ ਆ? ਜਾਂ ਮੈਨੂੰ ਤਾਂ ਨਹੀਂ ਦਿਖੇ। ਜਿਹੜੇ ਦਿੱਲੀ ਗਏ ਸੀ, ਮੀਟਿੰਗ ਕਰਕੇ ਆਏ, ਉਹ ਕਿਸਾਨ ਯੂਨੀਅਨ ਦੇ ਹੀ ਆਗੂ ਸੀ। ਉਹਨਾਂ ਨੇ ਉੱਥੇ ਨਾਅਰੇ ਲਾ ਕੇ ਬਿੱਲ ਵੀ ਪਾੜੇ। ਸਾਨੂੰ ਪਤਾ ਉਹ ਲੰਬੇ ਸਮੇਂ ਤੋਂ ਕਿਸਾਨ ਯੂਨੀਅਨ ਦੇ ਆਗੂ ਆ ਸਾਰੇ ਬੰਦੇ। ਸੋ ਇਹ ਜਿਹੜੀਆਂ ਗੱਲਾਂ ਉਹ ਕਹਿੰਦੇ ਆ, ਇਹ ਗੈਰ ਜ਼ਿੰਮੇਦਾਰਾਨਾ ਸਟੇਟਮੈਂਟਸ ਆ। ਔਰ ਉਹੀ ਗੱਲ ਆ ਵੀ ਇਹ ਕਿਸੇ ਹੋਰ ਪਾਸੇ ਨੂੰ ਗੱਲ ਲਿਜਾਣ ਵਾਲੀ ਗੱਲ ਕਰਦੇ ਆ, ਜਾਂ ਇਹਨਾਂ ਨੂੰ ਪਤਾ ਹੀ ਨਹੀਂ ਇਹ ਗੱਲ ਕੀ ਕਰ ਰਹੇ ਆ। ਜਦੋਂ ਤੁਸੀਂ ਚਿੱਠੀਆਂ ਲਿਖਦੇ ਹੋ ਉਦੋਂ ਤੁਹਾਨੂੰ ਵਿਚੋਲਿਆਂ ਦਾ ਪਤਾ ਨਹੀਂ ਸੀ, 2 ਦਿਨਾਂ 'ਚ ਤੁਹਾਨੂੰ ਵਿਚੋਲਿਆਂ ਦਾ ਪਤਾ ਲੱਗ ਗਿਆ। ਸੋ I think this is really bad. You know, we do not expect these statements from such leaders. ਮੇਰਾ ਆਖਰੀ ਸਵਾਲ ਤੁਹਾਡੇ ਤੋਂ, ਪਹਿਲਾਂ ਕਿਸਾਨਾਂ ਵੱਲੋਂ ਜਿਹੜਾ ਰੇਲਵੇ ਟਰੈਕਸ ਜਾਮ ਕੀਤੇ ਗਏ, ਹਾਲਾਂਕਿ ਬਾਰ-ਬਾਰ ਉਹਨਾਂ ਨੂੰ ਅਪੀਲ ਕਰਨ ਤੋਂ ਬਾਅਦ ਉਹਨਾਂ ਨੇ ਮੰਨ ਲਿਆ ਕਿ ਅਸੀਂ ਮਾਲ ਗੱਡੀਆਂ ਜਾਣ ਲਈ ਰਸਤਾ ਦੇ ਦੇਣਗੇ। ਅੱਜ ਰੇਲਵੇ ਵਿਭਾਗ ਵੱਲੋਂ ਹੀ ਜਿਹੜੀ ਮਾਲ ਗੱਡੀਆਂ ਚਲਾਉਣ ਤੋਂ ਰੋਕ ਦਿੱਤਾ ਗਿਆ, ਉਸ ਨੂੰ ਤੁਸੀਂ ਕਿਵੇਂ ਵੇਖਦੇ? ਦੇਖੋ ਕਿਸਾਨ ਵਿਚਾਰੇ ਭੋਲੇ ਵੀ ਆ, ਜਜ਼ਬਾਤੀ ਵੀ ਆ, ਕਿਸੇ ਦਾ ਨੁਕਸਾਨ ਵੀ ਨਹੀਂ ਹੋਣਾ ਚਾਹੁੰਦੇ ਵੀ ਕਿਸੇ ਦਾ ਨੁਕਸਾਨ ਹੋ ਜੇ ਤੇ ਉਹਨਾਂ ਨੂੰ ਉਹ ਗੱਲ ਉਹ ਗੱਲ ਉਹਨਾਂ ਨੂੰ ਬੁਰੀ ਲੱਗਣੀ ਆ। ਉਹਨਾਂ ਨੂੰ ਤੁਸੀਂ ਕਹੋਗੇ ਵੀ ਯਾਰ ਆਹ ਕੰਮ ਨਾ ਕਰੋ, ਅਗਲੇ ਨੇ ਮੰਨ ਵੀ ਜਾਣਾ। ਪਰ ਸਰਕਾਰ ਨਹੀਂ ਨਾ ਸੋਚ ਰਹੀ ਐ। ਸਰਕਾਰ ਤਾਂ ਕਿੱਡੀ ਹਉਮੈ, ਕਿੱਡੀ ਵੱਡੀ ਆਪਦੀ ਐਰੋਗੈਂਸ ਲੈ ਕੇ ਫਿਰ ਰਹੀ ਆ। ਲੋਕਾਂ ਨੇ ਤਾਂ ਹਮੇਸ਼ਾ ਹੀ ਜਜ਼ਬਾਤਾਂ 'ਚ ਮੰਨ ਜਾਣਾ ਹੁੰਦਾ, ਲੋਕਾਂ ਨੇ ਹਮੇਸ਼ਾ ਹੀ ਇਹਨਾਂ ਗੱਲਾਂ 'ਚ ਮੰਨ ਜਾਣਾ ਹੁੰਦਾ ਵੀ ਯਾਰ ਕਿਸੇ ਦਾ ਨੁਕਸਾਨ ਨਾ ਹੋਵੇ, ਕੋਈ ਨਹੀਂ, ਮੈਂ ਆਪਦਾ ਐਜੀਟੇਸ਼ਨ ਕਿਸੇ ਹੋਰ ਢੰਗ ਨਾਲ ਕਰ ਲੂੰਗਾ, ਇਹ ਸੰਘਰਸ਼ ਕਿਸੇ ਹੋਰ ਢੰਗ ਨਾਲ ਲੜ ਲੂੰਗਾ। ਤੁਸੀਂ ਦੇਖੋ, ਔਰ ਸਰਕਾਰ ਐਡੀ ਵੱਡੀ ਐਰੋਗੈਂਸ ਆਪਦੇ ਜਾਂ ਜਿਹੜੇ ਲੀਡਰ ਆ
ਅੱਜ ਦੇ, ਉਹ ਏਡੀ ਵੱਡੀ ਐਰੋਗੈਂਸ ਆਪਦੇ 'ਚ ਰੱਖਦੇ ਆ, ਉਹਨਾਂ ਨੂੰ ਲੋਕਾਂ ਲਈ ਡਰਦੀ ਕੁਛ ਨਹੀਂ, ਫਿਰ ਕਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਅਸੀਂ। ਥੈਂਕ ਯੂ ਸੋ ਮਚ। ਧੰਨਵਾਦ ਜੀ। ਬਿਲਕੁਲ ਤੁਸੀਂ ਸੁਣਿਆ ਇਹ ਦੀਪ ਸਿੱਧੂ ਤੋਂ, ਜਿਨ੍ਹਾਂ ਨੇ ਸਾਫ਼ ਕਿਹਾ ਕਿ ਇਹ ਜਿਹੜੀ ਇਹ ਮੋਰਚਾ ਚੱਲ ਰਿਹਾ ਹੈ, ਇਹ ਮੋਰਚਾ ਕੱਲਾ ਐਸਾ ਦਾ ਮੋਰਚਾ ਜਿਹੜਾ ਕਿ ਸ਼ੁਰੂਆਤ ਤੋਂ ਹੁਣ ਤੱਕ ਡਟਿਆ ਹੋਇਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਸ ਨੂੰ ਸਿਆਸੀ ਰੰਗਤ ਵੀ ਦਿੱਤੀ ਜਾ ਸਕਦੀ ਹੈ। ਹਾਲਾਂਕਿ ਇਹ ਖੁਦ ਸਿਆਸਤ ਦੇ ਵਿੱਚ ਨਹੀਂ ਆਉਣਗੇ, ਇਹਨਾਂ ਵੱਲੋਂ ਇਹ ਵੀ ਸਾਫ਼ ਕਰ ਦਿੱਤਾ ਗਿਆ, ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਵਜੋਤ ਸਿੰਘ ਸਿੱਧੂ, ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ, ਧਰਮਵੀਰ ਗਾਂਧੀ ਵਰਗੇ ਹੋਰ ਆਗੂਆਂ ਨੂੰ ਮਿਲਣਗੇ ਤਾਂ ਉਹਨਾਂ ਨੂੰ ਇਸ ਮੰਚ ਤੇ ਆ ਕੇ ਪੰਜਾਬ ਦੇ ਲਈ, ਪੰਜਾਬ ਦੇ ਹੱਕਾਂ ਦੇ ਲਈ ਜਿਹੜੀ ਇਹ ਲੜਾਈ ਲੜਨ ਦੀ ਹੈ ਉਹ ਕਹਿਣਗੇ। ਲੇਕਿਨ ਜਿਸ ਤਰੀਕੇ ਨਾਲ ਸੈਂਟਰ ਵੱਲੋਂ ਜਿਹੜਾ ਕਿਸਾਨਾਂ ਨੂੰ ਲੈ ਕੇ ਭ੍ਰਮਿਤ ਕੀਤਾ ਜਾ ਰਿਹਾ ਹੈ ਕਿ ਇਹ ਕਿਸਾਨ ਆਗੂ ਜਿਹੜਾ ਸੰਘਰਸ਼ ਨਹੀਂ ਚਲਾ ਰਹੇ ਬਲਕਿ ਵਿਚੋਲੀ ਚਲਾ ਰਹੇ, ਉਸ ਨੂੰ ਲੈ ਕੇ ਵੀ ਕੇਂਦਰ ਦੇ ਉੱਤੇ ਜੰਮ ਕੇ ਬਰਸੇ ਨੇ ਦੀਪ ਸਿੱਧੂ। ਤੇ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਏਗਾ ਕਿ ਜਿਹੜਾ ਸ਼ੰਭੂ ਬਾਰਡਰ ਤੇ ਜਿਹੜਾ ਕਿਸਾਨ ਮੋਰਚਾ ਲੱਗਾ ਉਹ ਕਿਸ ਤਰੀਕੇ ਦਾ ਰੂਪ ਅਖਤਿਆਰ ਕਰਦਾ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਹੁਮਾਯੂੰ ਯਾਦਵ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ ਟੀਵੀ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।